ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੂਹ ਕੂਚ ਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁਧ ਪ੍ਰਭ ਤੁਛ ਹਮਾਰੀ, ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸੁ ਕਹੋ ਟਲ ਗੁਰ ਸੇਵੀਐ, ਅਹਲਿ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਪ੍ਰੀਤਵਾਨ ਗੁਰੂ ਖਾਲਸਾ ਸਾਧ ਸੰਗਤ ਜੀ। ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਖਜ਼ਾਨੇ, ਰਹਿਮਤਾਂ ਦੇ ਮੇਘ, ਬਖਸ਼ਣਹਾਰ ਦਇਆਲ ਸੁਆਮੀ। ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ ਮਹਾਂਪੁਰਖਾਂ ਦੇ ਇਸ ਤਪ ਅਸਥਾਨ ਦੇ ਉੱਤੇ, ਇਸ ਕਰਮ ਭੂਮੀ ਦੇ ਉੱਤੇ ਨਗਰ ਤਲਣ ਵਿਖੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਓ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਜਿੰਨੇ ਮਾਈ ਭਾਈ ਗੁਰੂ ਕੀ ਹਾਜ਼ਰੀ ਹਜ਼ੂਰੀ ਵਿੱਚ ਜੁੜ ਬੈਠੇ ਹੋ, ਜੁੜਨ ਦੇ ਲਈ ਪਹੁੰਚ ਰਹੇ ਹੋ, ਜਿੱਥੋਂ ਤੱਕ ਆਵਾਜ਼ ਜਾ ਰਹੀ ਹੈ, ਸਾਰੇ ਹੀ ਪਿਆਰ ਦੇ ਵਿੱਚ ਭਿੱਜ ਕੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਵੇਰ ਵੇਲੇ ਤੋਂ, ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਚੱਲ ਰਹੇ ਗੁਰਬਾਣੀ ਦੇ ਜਾਪ, ਰੱਬੀ ਬਾਣੀ ਦੇ ਇਲਾਹੀ ਕੀਰਤਨ ਔਰ ਗੁਰ ਸ਼ਬਦ ਦੀ ਕਥਾ ਸਰਵਣ ਕਰ ਰਹੇ ਸੀ। ਜਿੰਨਾ ਸਮਾਂ ਸਤਿਗੁਰੂ ਸਾਹਿਬ ਜੀ ਆਪਣੀ ਦਇਆ ਦਾ ਸਦਕਾ ਹੋਰ ਬਖਸ਼ਿਸ਼ ਕਰਦੇ ਹਨ, ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਨ ਲਈ ਸਤ ਸੰਗਤ ਦੇ ਵਿੱਚ ਇਕਾਗਰਤਾ ਦੇ ਸਹਿਤ ਜੁੜ ਕੇ ਬੈਠੀਏ। ਕਿਉਂਕਿ ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਜਿੱਥੇ ਇਹ ਮਹਾਨ ਬਾਣੀ ਦੀ ਦਾਤ ਬਖਸ਼ਿਸ਼ ਕਰਕੇ ਗਏ ਹੈ, ਉੱਥੇ ਨਾਲ ਨਾਲ ਇਸ ਬਾਣੀ ਨੂੰ ਪੜ੍ਹਨ ਦਾ, ਇਸ ਦੇ ਉਪਦੇਸ਼ ਨੂੰ ਸੁਣਨ ਦਾ ਢੰਗ ਵੀ ਸਤਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੇ ਜੀਵਨ ਕਾਲ ਦੌਰਾਨ ਸਾਨੂੰ ਦਿੱਤਾ ਹੈ। ਪਰਮਾਰਥ ਦਾ ਮਹਾਸਾਗਰ ਗੁਰਬਾਣੀ ਵੱਖ ਵੱਖ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਨੇ ਆਖਿਆ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਜੇ ਸਤਿਗੁਰੂ ਜੀ ਦੇ ਜੀਵਨ ਇਤਿਹਾਸ ਵੱਲ ਵੇਖੀਏ ਤਾਂ ਖਾਲਸਾ ਜੀ ਜੋ ਸੁਲਤਾਨਪੁਰ ਸਾਹਿਬ ਦੀ ਸਾਖੀ ਆਪਾਂ ਪੜ੍ਹਦੇ ਸੁਣਦੇ ਆ, ਜਾਹਰ ਪੀਰ ਜਗਤਗੁਰ ਬਾਬਾ ਜਿਨ੍ਹਾਂ ਦਾ ਆ ਗੁਰਪੁਰਬ ਆਪਾਂ 2 ਦਿਨ ਪਹਿਲਾਂ ਮਨਾ ਕੇ ਹਟੇ ਹਾਂ। ਔਰ ਸੰਸਾਰ ਭਰ ਦੇ ਵਿੱਚ
ਦਿਨਾਂ ਨੂੰ ਅਗਾਂਹ ਪਿਛਾਂਹ ਕਰਕੇ ਵੀ ਕਈ ਸੰਗਤਾਂ ਦੀ ਸਹੂਲਤ ਦੇ ਹਿਸਾਬ ਦੇ ਨਾਲ, ਸੰਗਤਾਂ ਦੇ ਆਉਣ ਜਾਣ ਦੇ ਹਿਸਾਬ ਦੇ ਨਾਲ ਮਨਾਉਂਦੇ ਹੈ। ਕਈ ਜਗ੍ਹਾ ਤੇ ਅੱਜ ਮਨਾਇਆ ਜਾਵੇਗਾ ਐਤਵਾਰ ਦਾ ਦਿਨ ਹੋਣ ਕਰਕੇ, ਜਿਵੇਂ ਵਿਦੇਸ਼ਾਂ ਦੀ ਧਰਤੀ ਉੱਤੇ ਹਫ਼ਤੇ ਦੇ ਅਖੀਰਲੇ ਦਿਨਾਂ ਵਿੱਚ ਵੀਕਐਂਡ ਦੇ ਉੱਤੇ ਹੀ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ। ਉਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਸੰਗਤ ਵੀ ਬਖਸ਼ੀ ਔਰ ਸੰਗਤ ਵਿੱਚ ਬੈਠਣ ਦਾ ਢੰਗ ਤਰੀਕਾ ਵੀ ਦੱਸਿਆ। ਸੰਗਤ ਵਿੱਚ ਸਿਰਫ ਸਰੀਰ ਕਰਕੇ, ਤਨ ਕਰਕੇ ਹਾਜ਼ਰ ਨਾ ਹੋਈਏ, ਸਾਡਾ ਮਨ ਵੀ ਹਾਜ਼ਰ ਹੋਵੇ। ਸੁਲਤਾਨਪੁਰ ਸਾਹਿਬ ਦੀ ਸਾਖੀ ਆਪਾਂ ਸੁਣਦੇ ਆ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਾਜੀ ਅਤੇ ਨਵਾਬ ਕਹਿੰਦੇ ਆ ਕਿ ਸਾਡੇ ਨਾਲ ਚੱਲੋ, ਮਸੀਤ ਵਿੱਚ ਨਮਾਜ਼ ਪੜ੍ਹੋ, ਤੁਹਾਡੇ ਵਾਸਤੇ ਸਾਰੀ ਇੱਕ ਹੈ, ਤਾਂ ਤੁਹਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਮਹਾਰਾਜ ਕਹਿੰਦੇ ਚਲੋ ਠੀਕ ਹੈ, ਚਲੋ। ਮਸੀਤ ਵਿੱਚ ਗਏ, ਉਹਨਾਂ ਨਮਾਜ਼ ਪੜ੍ਹੀ, ਮਹਾਰਾਜ ਨੇ ਨਹੀਂ ਪੜ੍ਹੀ। ਕਾਰਨ ਪੁੱਛਣ ਤੇ ਦੱਸਿਆ, ਭਾਈ ਤੁਸੀਂ ਤਨ ਕਰਕੇ ਤਾਂ ਹਾਜ਼ਰ ਸੀ, ਮਨ ਤੁਹਾਡਾ ਹਾਜ਼ਰ ਨਹੀਂ ਸੀ। ਕਾਜੀ ਸਾਹਿਬ ਘੋੜੀ ਦਾ ਵਿਛੇਰਾ ਸਾਂਭਦੇ ਫਿਰਦੇ ਸੀ, ਕਿਤੇ ਟੋਏ ਵਿੱਚ ਡਿੱਗ ਨਾ ਪਵੇ। ਤੇ ਨਵਾਬ ਸਾਹਿਬ ਕਾਬਲ ਕੰਧਾਰ ਦੇ ਵਿੱਚ ਘੋੜਿਆਂ ਦੀ ਮੰਡੀ ਵਿੱਚ ਗੇੜੇ ਕੱਢਦੇ, ਚੰਗੀ ਨਸਲ ਦੇ ਘੋੜੇ ਪਸੰਦ ਕਰਦੇ ਫਿਰਦੇ। ਮਹਾਰਾਜ ਨੇ ਇਹ ਉਪਦੇਸ਼ ਦਿੱਤਾ ਕਿ ਸਿਰਫ ਸਾਡਾ ਤਨ ਹਾਜ਼ਰ ਨਾ ਹੋਵੇ, ਸਾਡਾ ਮਨ ਵੀ ਸੰਗਤ ਦੇ ਵਿੱਚ ਹਾਜ਼ਰ ਹੋਵੇ। ਔਰ ਜੋ ਅਸੀਂ ਪੜ੍ਹਿਆ ਸੁਣਿਆ ਉਹਨੂੰ ਅਸੀਂ ਬੁੱਝੀਏ, ਵਿਚਾਰੀਏ, ਉਹਦੇ ਅਰਥ ਸਾਨੂੰ ਸਮਝ ਆਉਣ। ਜੋ ਪੜ੍ਹਿਆ ਜਾ ਰਿਹਾ ਹੈ ਉਹਦੇ ਵਿੱਚੋਂ ਅਸੀਂ ਲੈ ਕੇ ਕੀ ਜਾਣਾ, ਤੱਤ ਵਸਤੂ ਕੀ ਹੈ, ਉਹ ਸਾਡੀ ਸਮਝ ਗੋਚਰੇ ਆਵੇ, ਤਾਂ ਸਾਡਾ ਸਤਸੰਗ ਵਿੱਚ ਬੈਠ ਕੇ ਸਮਾਂ ਲਾਉਣ ਦਾ ਇਹ ਪੂਰਾ ਲਾਹਾ ਸਾਨੂੰ ਪ੍ਰਾਪਤ ਹੋਣਾ ਹੈ। ਇਹ ਫੇਰ ਸਾਡਾ ਸਮਾਂ ਲਾਇਆ ਹੋਇਆ ਸੰਪੂਰਨ ਸਫਲਤਾ ਵੱਲ ਜਾਵੇਗਾ। ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਪੜ੍ਹਿਆ ਨਾਹੀ ਭੇਦ ਬੁੱਝਿਆ ਪਾਵਣਾ। ਸਿਰਫ ਪੜ੍ਹਨ ਮਾਤਰ ਨਹੀਂ, ਜੇ ਗੁਰੂ ਕੀ ਬਾਣੀ ਦੇ ਭੇਦ ਨੂੰ, ਗੁਰੂ ਕੇ ਉਪਦੇਸ਼ ਦੇ ਭੇਦ ਨੂੰ ਸਮਝਣਾ ਹੈ ਤਾਂ ਉਹਨੂੰ ਬੁੱਝਣਾ ਪਵੇਗਾ, ਵਿਚਾਰਨਾ ਪਵੇਗਾ। ਤੇ ਉਹ ਵਿਚਾਰ ਇਕੱਲੇ ਬੈਠ ਕੇ ਘਰਾਂ ਵਿੱਚ ਇਹ ਕਰਨੀ ਮੁਸ਼ਕਿਲ ਹੈ। ਜਿਵੇਂ ਸੰਗਤ ਜੀ ਕੱਲੀ ਮੱਖੀ ਸ਼ਹਿਦ ਪੈਦਾ ਨਹੀਂ ਕਰ ਸਕਦੀ। ਕਦੇ ਸੋਚ ਸਕਦੇ ਹੋ ਕੱਲੀ ਮੱਖੀ ਉਹ ਸ਼ਹਿਦ ਪੈਦਾ ਕਰ ਦੇਵੇ? ਨਹੀਂ, ਉਹਨਾਂ ਨੂੰ ਸਮੂਹਕ ਰੂਪ ਦੇ ਵਿੱਚ ਇੱਕ ਛੱਤੇ ਦੇ ਉੱਤੇ ਇਕੱਠਾ ਹੋਣਾ ਪੈਂਦਾ ਹੈ, ਤਾਂ ਕਿਤੇ ਜਾ ਕੇ ਸ਼ਹਿਦ ਦੀ ਉਤਪਤੀ ਕਰਦੇ ਜਾ ਉਹ। ਇਸੇ ਤਰ੍ਹਾਂ ਕੱਲਾ ਮਨੁੱਖ ਆਪਣੇ ਵਾਸਤੇ ਬਾਣੀ ਪੜ੍ਹੀ ਜਾਵੇ, ਕਥਾ ਅਰਥ ਪੜ੍ਹੀ ਜਾਵੇ, ਕੱਲਾ ਬਹਿ ਕੇ ਕੀਰਤਨ ਕਰੀ ਜਾਵੇ, ਜਾਂ ਕੱਲਾ ਬਹਿ ਕੇ ਭੋਰੇ ਵਿੱਚ ਨਾਮ ਜਪੀ ਜਾਵੇ, ਪਹਾੜਾਂ ਉੱਤੇ ਜਾ ਕੇ ਚੜ੍ਹ ਜਾਵੇ, ਉਸ ਨੂੰ ਉਤਨਾ ਫਲ ਪ੍ਰਾਪਤ ਨਹੀਂ ਹੋ ਸਕਦਾ ਜਿਤਨਾ ਗੁਰੂ ਕੀ ਸੰਗਤ ਵਿੱਚੋਂ ਹੋਣਾ ਹੈ। ਔਰ ਸਤਿਗੁਰੂ ਨੇ ਵੱਡਾ ਮਾਣ ਬਖਸ਼ਿਆ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਰੱਬ ਦਾ ਵਾਸਾ, ਕਿਉਂਕਿ ਇੱਕ ਤੋਂ ਇੱਕ ਚੜ੍ਹਦੀ ਆ, ਕੌਣ ਜਾਣੇ ਮੇਰਾ ਨਾਮ ਜੀਓ। ਸਤ ਸੰਗਤ ਦੇ ਵਿੱਚ ਇੱਕ ਤੋਂ ਇੱਕ ਚੜ੍ਹਦੀ ਕਲਾ ਵਾਲੇ, ਉੱਚ ਅਵਸਥਾ ਵਾਲੇ ਗੁਰਮੁਖ ਪਿਆਰੇ ਆ ਕੇ ਜੁੜਦੇ। ਇਸ ਕਰਕੇ ਸਤ ਸੰਗਤ ਦੇ ਵਿੱਚ ਜੁੜਨਾ ਔਰ ਜੋ ਪੜ੍ਹਿਆ ਸੁਣਿਆ ਜਾ ਰਿਹਾ ਹੈ ਉਸ ਦੇ ਭੇਦ ਨੂੰ ਬੁੱਝਣਾ, ਵਿਚਾਰਨਾ ਵੀ ਵਾਕਈ ਜੋ ਇਹ ਗੁਰੂ ਉਪਦੇਸ਼ ਦਿੱਤਾ ਜਾ ਰਿਹਾ ਹੈ ਸਾਡਾ ਜੀਵਨ ਇਹਦੇ ਮੁਤਾਬਕ ਹੈ। ਜੇ ਨਹੀਂ ਹੈ ਤਾਂ ਕਿਉਂ ਨਹੀਂ ਹੈ? ਇਸ ਨੂੰ ਅਪਣਾਈਏ। ਜੇ ਅਪਣਾ ਲਵਾਂਗੇ ਤਾਂ ਕੈਸੇ ਬ੍ਰਹਮ ਗਿਆਨੀ ਸਿੱਖਾਂ ਵਰਗਾ ਸਾਡਾ ਜੀਵਨ ਹੋ ਸਕਦਾ ਹੈ, ਜਿਨ੍ਹਾਂ ਦੀਆਂ ਸਾਖੀਆਂ ਸਤਸੰਗ ਵਿੱਚ ਸੁਣਾਈਆਂ ਜਾ ਰਹੀਆਂ। ਇਹ ਸਤਸੰਗ ਦੇ ਵਿੱਚ ਜੁੜਨ ਦਾ ਤਰੀਕਾ ਸਤਿਗੁਰੂ ਜੀ ਨੇ ਸਾਨੂੰ ਦੱਸਿਆ। ਧਰਮੀ ਪੁਰਸ਼, ਗ੍ਰਸਤੀ ਜਿਹੜੇ ਧਰਮੀ ਹੈ, ਉਹਨਾਂ ਦੀ ਦਾਨ ਦੇ ਵਿੱਚ ਬਹੁਤ ਰੁਚੀ ਹੁੰਦੀ ਹੈ। ਹਰ ਕੋਈ ਚਾਹੁੰਦਾ ਹੈ ਮੈਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਦੇ ਉੱਤੇ ਜਾਵਾਂ, ਉੱਥੇ ਜਾ ਕੇ ਆਪਣੇ ਕਾਰੋਬਾਰਾਂ ਦੇ ਵਾਧੇ ਵਾਸਤੇ, ਆਪਣੇ ਲੜਕੇ ਲੜਕੀਆਂ ਦੇ ਜਾਂ ਨੌਕਰੀਆਂ ਦੇ ਵਾਸਤੇ, ਕੰਮਕਾਰ ਦੇ ਵਾਸਤੇ, ਵਿਦੇਸ਼ਾਂ ਵਿੱਚ ਸੈਟਲ ਹੋਣ ਵਾਸਤੇ ਅਰਦਾਸ ਕਰਾਵਾਂ ਜਾ ਕੇ ਗੁਰੂ ਘਰ ਦੇ ਵਿੱਚ। ਮਾਇਆ ਆਵੇ
ਮਾਇਆ ਨਾਲ ਆਪਣਾ ਗੁਜ਼ਾਰਾ ਵੀ ਚੰਗਾ ਚੱਲੇ ਤੇ ਇਸ ਮਾਇਆ ਦੇ ਵਿੱਚੋਂ ਮੈਂ ਲੋੜਵੰਦ ਦੀ ਸਹਾਇਤਾ ਵੀ ਕਰਾਂ, ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਛ ਨਾ ਕੁਛ ਦਾਨ ਵੀ ਕਰਾਂ ਤਾਂ ਕਿ ਮੇਰੀ ਕਿਰਤ ਕਮਾਈ ਸਫਲ ਹੋ ਜਾਵੇ। ਆਪਾਂ ਉਹਨੇ ਹੀ ਅਨੁਸਾਰੇ ਗ੍ਰਸਤੀ ਗੁਰੂ ਘਰ ਗੁਰਦੁਆਰਾ ਤਲਣ ਸਾਹਿਬ ਵਿਖੇ ਕਿੰਨੀਆਂ ਸੰਗਤਾਂ ਤੁਸੀਂ ਬੈਠੇ ਹੋ, ਕਿੰਨੀਆਂ ਹੋਰ ਆ ਰਹੀਆਂ, ਸਭ ਦੇ ਮਨਾਂ ਵਿੱਚ ਇਹੀ ਹੈ ਨਾ ਵੀ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਕਰਨ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣ ਤੇ ਸਾਨੂੰ ਇਹ ਸਮਰੱਥਾ ਬਖਸ਼ਣ, ਇਹ ਬਲ ਬਖਸ਼ਣ, ਸਾਨੂੰ ਇੰਨਾ ਕੁ ਆਪਣੇ ਅਨਮੁੱਖ ਭੰਡਾਰਿਆਂ ਵਿੱਚੋਂ ਸਾਹਿਬ ਜੀ ਬਖਸ਼ਿਸ਼ ਕਰ ਦੇਣ ਕਿ ਅਸੀਂ ਹੋਰਾਂ ਨੂੰ ਵੀ ਦਾਨ ਕਰੀਏ, ਅਸੀਂ ਧਰਮ ਸਥਾਨਾਂ ਦੇ ਉੱਤੇ ਦਸਵੰਧ ਕੱਢੀਏ। ਦਾਨ ਦੇਣਾ ਇਹ ਬਹੁਤ ਸ਼ੁਭ ਕਰਮ ਹੈ। ਸਾਡੀ ਕਿਰਤ ਕਮਾਈ ਸਫਲ ਹੀ ਹੁੰਦੀ ਹੈ। ਕੁਝ ਨਾ ਕੁਝ ਹਿੱਸਾ ਕੋਈ ਗੁਰੂ ਕੇ ਲੰਗਰਾਂ ਵਿੱਚ ਪਾਈਏ, ਗੁਰੂ ਕੀਆਂ ਇਮਾਰਤਾਂ ਦੀ ਉਸਾਰੇ ਲਈ, ਗੁਰੂ ਘਰਾਂ ਦੇ ਪ੍ਰਬੰਧ ਲਈ ਗੋਲਕਾਂ ਦੇ ਵਿੱਚ ਪਾਈਏ। ਗੁਰੂ ਘਰ ਦੇ ਕਥਾ ਕੀਰਤਨ ਵਾਲੇ ਜਿਹੜੇ ਸਿੰਘ ਦਿਨ ਰਾਤ ਇੱਕ ਕਰਕੇ ਗੁਰਮਤਿ ਪ੍ਰਚਾਰ ਦੀ ਸੇਵਾ ਕਰਦੇ ਆ, ਉਹਨਾਂ ਦੀ ਉਪਜੀਵਿਕਾ ਦਾ ਵੀ ਖਿਆਲ ਰੱਖੀਏ। ਇਸ ਕਰਕੇ ਆਪਾਂ ਆਪੋ ਆਪਣੇ ਵਿੱਤ ਮੁਤਾਬਕ ਸਾਰੇ ਦਾਨ ਪੁੰਨ ਕਰਦੇ ਹਾਂ, ਦਸਵੰਧ ਕੱਢ ਕੇ ਆਪਣੀ ਮਾਇਆ ਨੂੰ ਸਫਲ ਕਰਦੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਾਨ ਨੂੰ ਵਿਸ਼ੇਸ਼ ਰੁਤਬਾ ਧਰਮ ਦੇ ਵਿੱਚ ਦਿੱਤਾ। ਦਸਵੰਧ ਨੂੰ ਗੁਰੂ ਘਰ ਵਿੱਚ ਦਸਵੰਧ ਸ਼ਬਦ ਹੈ, ਦਾਨ ਨਹੀਂ, ਕਿਉਂਕਿ ਦਾਨ ਆਪਣੇ ਤੋਂ ਛੋਟੇ ਨੂੰ ਕੀਤਾ ਜਾ ਸਕਦਾ ਹੈ, ਦਾਤਾ ਵੱਡਾ ਹੁੰਦਾ ਹੈ। ਤੇ ਗੁਰੂ ਘਰ, ਗੁਰੂ ਕੀ ਸੰਗਤ ਇਹ ਵੱਡੀ ਹੈ। ਗੁਰੂ ਕੇ ਸੰਤ ਮਹਾਂਪੁਰਖ ਪ੍ਰਚਾਰਕ ਸਭ ਸਤਿਕਾਰਯੋਗ। ਤੇ ਜਦੋਂ ਅਸੀਂ ਕੱਲੇ ਸਿੱਖ ਦੇ ਰੂਪ ਵਿੱਚ ਹੁੰਦੇ ਆ, ਉੱਥੇ ਅਸੀਂ ਆਪਣੀ ਕਿਰਤ ਕਮਾਈ ਨੂੰ ਸਫਲਿਆ ਕਰਨ ਵਾਸਤੇ ਦਸਵੰਧ ਕੱਢਦੇ ਨਾ ਕਿ ਦਾਨ, ਕਿਉਂਕਿ ਇਸ ਘਰੋਂ ਤਾਂ ਅਸੀਂ ਆ ਕੇ ਸਭ ਤਰ੍ਹਾਂ ਦੇ ਦਾਨ ਮੰਗਦੇ ਆ। ਤੇ ਜਿਸ ਬਾਬੇ ਦੇ ਘਰ ਦੇ ਵਿੱਚੋਂ, ਜਿਸ ਗੁਰੂ ਦੇ ਘਰ ਦੇ ਵਿੱਚੋਂ 4 ਛਿੱਲੜ ਮੰਗ ਕੇ ਲਏ, ਉਹਨਾਂ 4 ਛਿੱਲੜਾਂ ਦੇ ਵਿੱਚੋਂ ਜੇ ਕੋਈ ਆਪਾਂ 10, 20, 50, 100 ਆ ਕੇ ਦਸਵੰਧ ਕੱਢ ਦਿੱਤਾ, ਉਹ ਵੀ 100 ਅਰਦਾਸਾਂ ਕਰਕੇ, ਤੇ ਉਹਨੂੰ ਜੇ ਅਸੀਂ ਦਾਨ ਸਮਝੀਏ ਤੇ ਇਹ ਬਹੁਤ ਵੱਡਾ ਭੁਲੇਖਾ ਹੈ, ਸਾਡੀ ਮੂਰਖਤਾਈ ਹੈ। ਸੋ ਸਾਰੇ ਤਾਂ ਮਾਇਆ ਵਾਲੇ ਨਹੀਂ ਹੁੰਦੇ। ਇਸ ਕਰਕੇ ਕਈਆਂ ਦੀ ਭਾਵਨਾ ਬਹੁਤ ਪ੍ਰਬਲ ਹੁੰਦੀ ਹੈ, ਬਹੁਤ ਸ਼ੁਭ ਭਾਵਨਾ ਰੱਖ ਕੇ ਗੁਰੂ ਘਰ ਵਿੱਚ ਆਉਂਦੇ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿਰਫ ਮਾਇਆ ਦੇ ਦਾਨ ਨੂੰ ਮਹਾਨਤਾ ਨਹੀਂ ਦਿੱਤੀ। ਸਤਿਗੁਰਾਂ ਨੇ ਸੋਚਿਆ ਵੀ ਕਈ ਗਰੀਬ ਸਿੱਖ ਵੀ ਹੁੰਦੇ ਐ, ਜੇ ਮਾਇਆ ਦੇ ਦਾਨ ਨੂੰ ਬਹੁਤਾ ਮਹੱਤਵ ਦੇ ਦਿੱਤਾ ਤਾਂ ਉਹਨਾਂ ਦੇ ਮਨ ਨਿਰਾਸ਼ ਹੋ ਜਾਣਗੇ, ਸਾਡੇ ਕੋਲ ਤਾਂ ਮਾਇਆ ਹੈ ਨਹੀਂ, ਅਸੀਂ ਕੀ ਕਰੀਏ। ਸਤਿਗੁਰੂ ਜੀ ਨੇ ਸਾਨੂੰ ਦਾਨ ਕਰਨ ਦਾ ਇੱਕ ਬੜਾ ਸੌਖਾ ਤਰੀਕਾ ਦਿੱਤਾ। ਉਹ ਕੀ? ਜਿਹੜੀ ਗੁਰੂ ਕੀ ਬਾਣੀ ਆਪ ਸੁਣੀ, ਆਪ ਪੜ੍ਹੀ, ਉਹਨੂੰ ਖੁਦ ਕੰਠ ਕਰਕੇ ਯਾਦ ਕਰਕੇ ਉਹਦੇ ਵਿੱਚੋਂ ਇੱਕ ਵੀ ਸ਼ਬਦ ਕਿਸੇ ਗੁਰੂ ਕੇ ਸਿੱਖ ਨੂੰ ਅਗਾਂਹ ਸਿਖਾ ਦੇਣਾ, ਕੰਠ ਕਰਵਾ ਦੇਣਾ, ਯਾਦ ਕਰਵਾ ਦੇਣਾ। ਤੋ ਸਤਿਗੁਰੂ ਜੀ ਦੇ ਸਿੱਖ ਭਾਈ ਗੁਰਦਾਸ ਜੀ ਨੇ ਇਹਨੂੰ ਬਹੁਤ ਵੱਡਾ ਦਾਨ ਆਖਿਆ। ਆਮ ਤਾਂ ਆਪਾਂ ਕਿੰਨਾ ਕੁ ਦਾਨ ਕਰ ਸਕਦੇ ਆ? ਕੋਈ ਸੈਂਕੜਿਆਂ ਵਿੱਚ ਕਰੇਗਾ, ਹਜ਼ਾਰਾਂ ਵਿੱਚ, ਲੱਖਾਂ ਵਿੱਚ ਕਰ ਸਕਦਾ ਹੈ। ਕੋਈ ਬਹੁਤਾ ਹੀ ਧਨੀ ਹੋਵੇ, ਕਰੋੜਾਂ ਵਿੱਚ ਵੀ ਕਰ ਦੇਵੇ। ਪਰ ਗੁਰਬਾਣੀ ਦਾ ਇੱਕ ਸ਼ਬਦ ਕਿਸੇ ਨੂੰ ਸਿਖਾਉਣਾ, ਸ਼ੁੱਧ ਪੜ੍ਹਨਾ ਤੇ ਅਗਾਂਹ ਸ਼ੁੱਧ ਪੜ੍ਹਨਾ ਸਿਖਾਉਣਾ, ਆਪ ਕੰਠ ਕਰਨਾ, ਅਗਾਂਹ ਕੰਠ ਕਰਾਉਣਾ, ਇਹ ਕਿੰਨਾ ਵੱਡਾ ਦਾਨ ਹੈ। ਭਾਈ ਗੁਰਦਾਸ ਜੀ ਕਹਿੰਦੇ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਗੁਰਬਾਣੀ ਦਾ ਇੱਕ ਸ਼ਬਦ ਅਗਾਂਹ ਸਿਖਾ ਦੇਣਾ, ਇਹ ਸਾਰੇ ਹੀ ਦਾਨਾਂ ਪੁੰਨਾਂ ਤੋਂ ਬਹੁਤ ਵੱਡਾ ਦਾਨ ਪੁੰਨ ਹੈ। ਕੋਈ ਦਾਨ ਇਹਦੇ ਤੁਲ ਨਹੀਂ ਹੈ। ਸੋਨੇ ਦਾ ਹੀ ਮਹਿਲ ਉਸਾਰ ਕੇ ਦਾਨ ਕਰ ਦੇਣਾ, ਕਿਹਦੇ ਵਿੱਚ ਸਮਰੱਥਾ ਭਾਈ? ਵੱਡੇ ਤੋਂ ਵੱਡਾ ਕੋਈ ਦੁਨਿਆਵੀ ਰਿਚ ਮੈਨ ਕਹਾਉਂਦਾ ਹੋਵੇ, ਅਮੀਰ ਕਹਾਉਂਦਾ ਹੋਵੇ, ਕਿਸੇ ਦੀ ਇੰਨੀ ਹਿੰਮਤ ਪੈ ਸਕਦੀ ਹੈ ਵੀ ਸੋਨੇ ਦਾ ਮੰਦਰ ਬਣਾ ਕੇ, ਸੋਨੇ ਦਾ ਮਹਲ ਉਸਾਰ ਕੇ ਦਾਨ ਕਰ ਦੇਵੇ।
ਤੇ ਭਾਈ ਗੁਰਦਾਸ ਜੀ ਕਹਿੰਦੇ ਇਹੋ ਜਿਹੇ 7 ਮੰਦਰ ਜਾਂ ਜੇ ਸੰਸਕ੍ਰਿਤ ਦਾ 7 ਲਈਏ ਤਾਂ ਸੈਂਕੜੇ ਮੰਦਰ ਸੋਨੇ ਦੇ ਉਸਾਰ ਕੇ ਦਾਨ ਕਰ ਦੇਣ ਦੇ ਬਰਾਬਰ ਗੁਰਬਾਣੀ ਦਾ ਇੱਕ ਸ਼ਬਦ ਸਿਖਾਉਣ ਦਾ ਇਹ ਜਿਹੜਾ ਪੁੰਨ ਦਾ ਮਹੱਤਵ ਮਿਲਦਾ ਹੈ। ਜਨਮ ਮਰਨ ਦੁਹ ਮਹਿ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਜੀਵਨ ਦਾਨ ਦੇ ਦੇਣਾ ਕਿਸੇ ਨੂੰ ਗੁਰਮਤਿ ਦੇ ਨਾਲ ਜੋੜ ਦੇਣਾ, ਇਹ ਤੋਂ ਵੱਡਾ ਦਾਨ ਕੀ ਹੋਵੇਗਾ ਖਾਲਸਾ ਜੀ। ਕੋਈ ਅੱਜ ਸ਼ਰਾਬਾਂ ਪੀ ਕੇ ਨਸ਼ਿਆਂ ਦੇ ਵਿੱਚ ਉਹਦਾ ਜੀਵਨ ਰੁੜਿਆ ਜਾ ਰਿਹਾ ਹੈ, ਨਰਕਾਂ ਵੱਲ ਨੂੰ ਤਿਆਰੀ ਕਰੀ ਬੈਠਾ ਹੈ। ਕੋਈ ਗੁਰਬਾਣੀ ਤੋਂ ਟੁੱਟ ਕੇ ਮਨਮਤ ਦੇ ਪਿੱਛੇ ਲੱਗਿਆ ਹੋਇਆ ਹੈ। ਕੋਈ ਗੁਰਮਤ ਰੱਬ ਨੂੰ ਮੰਨਦਾ ਹੀ ਨਹੀਂ, ਨਾਸਤਿਕ ਬਣਿਆ ਬੈਠਾ ਹੈ। ਇਹੋ ਜਿਹੇ ਬੰਦੇ ਦੇ ਜੀਵਨ ਦੇ ਵਿੱਚ ਨਾਮ ਦੀ ਕਣੀ ਗੁਰਮੁਖ ਕੋਟ ਉਧਾਰ ਦਾ ਦੇ ਨਾਮ ਹੈ ਇੱਕ ਕਣੀ ਜਿਹਨੇ ਜੀਵਨ ਦਾਨ ਦੇਤਾ ਗੁਰਮਤਿ ਦਾ ਉਪਦੇਸ਼ ਦੇ ਕੇ, ਉਹ ਤੋਂ ਵੱਡਾ ਦਾਨ ਕੀ ਹੋਵੇਗਾ। ਜਿਹਨੇ ਅੱਜ ਸ਼ਰਾਬ ਛੱਡ ਦਿੱਤੀ, ਗੁਰੂ ਕਾ ਇੱਕ ਸ਼ਬਦ ਸੁਣ ਕੇ ਉਹਦੇ ਬੱਚਿਆਂ ਦੀ ਜ਼ਿੰਦਗੀ ਬਣ ਜਾਏਗੀ, ਉਹਨਾਂ ਨੂੰ ਚੰਗਾ ਪੜ੍ਹਾਵੇਗਾ ਲਿਖਾਵੇਗਾ। ਪਤਾ ਨਹੀਂ ਉਹਨਾਂ ਵਿੱਚੋਂ ਕੱਲ ਨੂੰ ਕਿਸੇ ਨੇ ਕਿੰਨੀ ਵੱਡੀ ਪਦਵੀ ਤੇ ਪਹੁੰਚਣਾ, ਕਿਸੇ ਨੇ ਕਿੰਨਾ ਵੱਡਾ ਸੰਤ ਭਗਤ ਬਣਨਾ ਹੈ, ਕਿਸੇ ਨੇ ਕਿੰਨਾ ਵੱਡਾ ਆਫੀਸਰ ਬਣਨਾ ਹੈ, ਕਿਹਨੇ ਦੇਸ਼ ਦੀ ਵਾਗਡੋਰ ਸੰਭਾਲ ਲੈਣੀ ਹੈ, ਕਿਹਨੇ ਸਮੁੱਚੀ ਮਨੁੱਖਤਾ ਨੂੰ ਕਲਾਵੇ ਦੇ ਵਿੱਚ ਲੈ ਲੈਣਾ। ਇਸ ਕਰਕੇ ਗੁਰਬਾਣੀ ਦਾ ਦਾਨ, ਗੁਰ ਉਪਦੇਸ਼ ਦਾ ਦਾਨ ਸੰਗਤ ਵਿੱਚ ਬਹਿ ਕੇ ਆਪ ਲੈਣਾ ਤੇ ਅਗਾਂਹ ਜਾ ਕੇ ਵਰਤਾਉਣਾ। ਆਪ ਜਪੈ ਅਵਰੈ ਨਾਮ ਜਪਾਵੈ ਹਰ ਸਿੱਖ ਦੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਡਿਊਟੀ ਲਾਈ। ਇਹ ਨਹੀਂ ਕਿ ਇਹ ਗੁਰਦੁਆਰਾ ਸਾਹਿਬ ਵਿੱਚ ਰਹਿਣ ਵਾਲੇ ਗ੍ਰੰਥੀ ਸਿੰਘਾਂ ਦਾ, ਸੇਵਾਦਾਰਾਂ ਦਾ ਕਰਮ ਹੈ, ਕਥਾਵਾਚਕਾਂ ਰਾਗੀ ਸਿੰਘਾਂ ਦਾ ਕਰਮ ਹੈ ਵੀ ਉਹਨਾਂ ਨੇ ਗੁਰਬਾਣੀ ਪੜ੍ਹਨੀ ਹੈ, ਉਹਨਾਂ ਨੇ ਕੰਠ ਕਰਨੀ ਹੈ, ਉਹਨਾਂ ਨੇ ਇਹਦਾ ਉਪਦੇਸ਼ ਪੜ੍ਹਨਾ ਸੁਣਨਾ ਕਮਾਉਣਾ। ਨਹੀਂ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਕੱਲੇ ਸਿੱਖਾਂ ਵਾਸਤੇ ਹੀ ਨਹੀਂ ਬਲਕਿ 4 ਵਰਨਾਂ ਨੂੰ ਸਾਂਝਾ ਉਪਦੇਸ਼ ਇਹ ਗੁਰੂ ਕੀ ਬਾਣੀ ਵਿੱਚ ਬਖਸ਼ਿਸ਼ ਕਰ ਦਿੱਤਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾਂ ਕੋ ਸਾਂਝਾ, 4 ਵਰਨਾਂ ਵਾਸਤੇ ਸਾਂਝਾ ਉਪਦੇਸ਼। ਕੋਈ ਵੀ ਆ ਕੇ ਪੜ੍ਹੇ, ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ। ਕੋਈ ਵੀ ਆ ਕੇ ਪੜ੍ਹ ਲੈ, ਕੋਈ ਵੀ ਸੁਣ ਲੈ, ਕਿਸੇ ਵਾਸਤੇ ਕੋਈ ਰੋਕ ਨਹੀਂ। ਕਬੀਰ ਜਿਹ ਦਰ ਆਵਤ ਜਾਤਿਆ ਹੋ ਹਟਕਾ ਨਾਹੀ ਕੋਏ, ਸੋ ਦਰ ਕੈਸੇ ਛੋਡੀਐ ਜੋ ਦਰ ਕਰਸਾ। ਸੋ ਭਾਈ ਆਪਾਂ ਇਹ ਜ਼ਰੂਰ ਯਤਨ ਕਰਨਾ ਹੈ, ਗੁਰੂ ਕੀ ਬਾਣੀ, ਗੁਰੂ ਕਾ ਉਪਦੇਸ਼ ਜਿੰਨਾ ਸੁਣੀਏ ਅਗਾਂਹ ਸੰਗਤ ਨੂੰ ਵਰਤਾਈਏ, ਆਪੋ ਆਪਣੇ ਪਰਿਵਾਰਾਂ ਵਿੱਚ, ਘਰਾਂ ਵਿੱਚ ਬੱਚਿਆਂ ਨੂੰ ਜਾ ਕੇ ਸੁਣਾਈਏ, ਦੱਸੀਏ। ਫਿਰ ਉਹ ਗੁਰੂ ਘਰ ਦੇ ਨਾਲ ਜੁੜਨ। ਇਹ ਜੀਵਨ ਦਾਨ ਦੇਣਾ ਇਹ ਤੋਂ ਵੱਡਾ ਕੋਈ ਦਾਨ ਨਹੀਂ ਹੈ। ਔਰ ਆਪਣੇ ਕਿਰਤ ਕਮਾਈ ਵਾਸਤੇ, ਆਪਣੇ ਰਿਜ਼ਕ ਵਾਸਤੇ ਤਾਂ ਆਪਾਂ ਸਾਰੇ ਉਦਮ ਕਰਦੇ ਆਂ। ਸਤਿਗੁਰੂ ਜੀ ਨੇ ਇਹ ਵੀ ਉਦਮ ਕਰਿਆ, ਜੀਉ ਤੂੰ ਕਮਾਵਦਿਆਂ ਸੁਖ ਭੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਕਹਿੰਦੇ ਸਤਸੰਗ ਵਿੱਚ ਆਉਣ ਦਾ ਵੀ ਉਦਮ ਕਰਨਾ ਹੈ ਤੇ ਸਤਸੰਗ ਦੇ ਵਿੱਚੋਂ ਕੁਝ ਨਾ ਕੁਝ ਲਾਹਾ ਲੈ ਕੇ ਜਾਣਾ, ਇਹ ਵੀ ਉਦਮ, ਤੇ ਗਾਂਹ ਜਾ ਕੇ ਵਰਤਾਉਣਾ, ਇਹ ਉਦਮ ਵੀ ਕਰਨਾ। ਸਿਰਫ ਆਪਣੀ ਰੋਜੀ ਰੋਟੀ ਵਾਸਤੇ ਉਦਮ ਕਰਨਾ, ਉਹਦੇ ਵਾਸਤੇ ਤਾਂ ਸਤਿਗੁਰੂ ਜੀ ਕਹਿੰਦੇ ਕਾਹੇ ਰੇ ਮਨ ਚਿੱਤ ਵਹਿ ਉਦਮ, ਜਾ ਆਹਰ ਹਰ ਜੀਉ ਭਰਿਆ ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗਿਆ ਕਰ ਧਰਿਆ। ਕਹਿੰਦੇ ਪੱਥਰਾਂ ਵਿੱਚ ਪੈਦਾ ਕੀਤੇ ਆ ਜਿਹੜੇ, ਉਹਨਾਂ ਦਾ ਵੀ ਰਿਜ਼ਕ ਪੈਦਾ ਕਰਕੇ ਅੱਗੇ ਧਰ ਦਿੱਤਾ, ਤੇ ਤੂੰ ਕਾਹਦੇ ਵਾਸਤੇ ਚਿੰਤਾ ਕਰਦਾ। ਤੈਨੂੰ ਵਾਹਿਗੁਰੂ ਨੇ ਹੱਥ ਪੈਰ ਦਿੱਤੇ, ਮਿਹਨਤ ਮਸ਼ੱਕਤ ਕਰ, ਤੈਨੂੰ ਮਿਲੇਗਾ ਕਿੰਨਾ, ਇਹ ਤੂੰ ਵਾਹਿਗੁਰੂ ਤੇ ਛੱਡ ਦੇ, ਉਹਨੇ ਤੇਰੀ ਮਿਹਨਤ ਨੂੰ ਭਾਗ ਲਾਉਣੇ। ਭਾਈ ਗੁਰਦਾਸ ਜੀ ਗੁਰੂ ਘਰ ਦੇ ਬ੍ਰਹਮ ਗਿਆਨੀ ਸਿੱਖ ਹੋਏ ਐ। ਬਹੁਤ ਮਹਾਨ ਘਾਲਣਾ, ਬਹੁਤ ਮਹਾਨ ਕਰਨੀ ਕਮਾਈ ਭਾਈ ਗੁਰਦਾਸ ਜੀ ਦੀ। ਔਰ ਜਿਨ੍ਹਾਂ ਨੂੰ ਗੁਰੂ ਘਰ ਦੇ ਵੇਦ ਵਿਆਸ ਹੋਣ ਦਾ ਵੀ ਮਾਣ ਪ੍ਰਾਪਤ ਹੈ। ਇੱਕ ਤਾਂ ਵੇਦ ਵਿਆਸ ਮਹਾਤਮਾ ਹੋਏ ਐ, ਜਿਨ੍ਹਾਂ ਦੀ ਬਾਬਤ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਵੇਦਾਂ ਦਾ ਉਲੇਖ ਕੀਤਾ, ਵੇਦਾਂ ਨੂੰ ਲਿਖਿਆ, ਰਚਨਾ ਕੀਤੀ। ਭਾਈ ਗੁਰਦਾਸ ਜੀ ਉਹ ਸਿੱਖ
ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆ ਵਡਿਆਈ ਬਖਸ਼ਿਸ਼ ਕੀਤੀ। ਜਿਸ ਗੁਰਬਾਣੀ ਗੁਰੂ ਨੂੰ ਆਪਾਂ ਅੱਜ ਮੱਥਾ ਟੇਕਦੇ ਆ ਨਾ, ਇਸ ਗੁਰਬਾਣੀ ਗੁਰੂ ਦਾ ਪਹਿਲਾ ਸਰੂਪ ਆਦਬੀੜ ਸਾਹਿਬ ਜਿਹੜੀ ਰਾਮਸਰ ਸਾਹਿਬ ਦੀ ਧਰਤੀ ਦੇ ਉੱਤੇ ਲਿਖੀ ਗਈ, ਉਸ ਬੀੜ ਦੇ ਲਖਾਰੀ ਹੋਣ ਦਾ ਮਾਣ ਭਾਈ ਗੁਰਦਾਸ ਜੀ ਨੂੰ ਪ੍ਰਾਪਤ ਹੈ। ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਤੰਤਾ ਦੇ ਯੋਗ ਹੈ ਉਹ ਲਖਾਰੀ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਸੱਚਾ ਨਾਮ ਵਾਹਿਗੁਰੂ ਦੀ ਗੁਰਬਾਣੀ ਨੂੰ ਲਿਖਣ ਦੀ ਸੇਵਾ ਨਿਭਾਈ। ਉਹ ਭਾਈ ਗੁਰਦਾਸ ਜੀ ਆਗਰੇ ਦੇ ਵਿੱਚ ਸੰਗਤਾਂ ਨੇ ਬੁਲਾਇਆ ਗੁਰਮਤਿ ਪ੍ਰਚਾਰ ਦੇ ਵਾਸਤੇ, ਕਿਉਂਕਿ ਸੰਗਤਾਂ ਮਹਾਰਾਜ ਜੀ ਦੇ ਸਮੇਂ ਵੇਲੇ ਵੀ ਗੁਰਸਿੱਖਾਂ ਨੂੰ ਬੁਲਾਉਂਦੀਆਂ ਆਪੋ ਆਪਣੇ ਇਲਾਕਿਆਂ ਵਿੱਚ, ਮਹਾਰਾਜ ਨੂੰ ਬੇਨਤੀਆਂ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਾਲਾ, ਚੰਗੇ ਜੀਵਨ ਵਾਲਾ ਕੋਈ ਵਿਦਵਾਨ ਗੁਰਸਿੱਖ ਸਾਡੇ ਇਲਾਕੇ ਦੇ ਵਿੱਚ ਭੇਜੋ। ਇੱਕ ਤਾਂ ਅਸੀਂ ਸਾਰੇ ਇਲਾਕੇ ਵਿੱਚੋਂ ਦਸਵੰਧ ਸੇਵਾ ਇਕੱਠੀ ਕਰਕੇ ਗੁਰੂ ਘਰ ਦੀ ਕਾਰ ਸੇਵਾ ਭੇਜ ਦਈਏ, ਤੇ ਦੂਜਾ ਮਹਾਰਾਜ ਉਹ ਗੁਰੂ ਕਾ ਸਿੱਖ ਸਾਨੂੰ ਨਾਮ ਬਾਣੀ ਦੇ ਨਾਲ ਜੋੜੇ। ਜਿਹੜਾ ਤੁਹਾਡੇ ਚਰਨਾਂ ਵਿੱਚ ਰਹਿ ਕੇ ਜੁੜਿਆ ਹੋਇਆ ਉਹ ਸਾਡੇ ਇਲਾਕੇ ਵਿੱਚ ਦੀਆਂ ਸੰਗਤਾਂ ਨੂੰ ਵੀ ਆ ਕੇ ਤਾਰ ਦੇਵੇ। ਤੇ ਅੱਜ ਵੀ ਇਹ ਪ੍ਰਪਾਟੀ ਜਾਰੀ ਹੈ। ਦੇਸ਼ਾਂ ਵਿਦੇਸ਼ਾਂ ਤੋਂ ਤੁਸੀਂ ਆਉਂਦੇ ਹੋ, ਗੁਰਮਤਿ ਦੇ ਚੰਗੇ ਚੰਗੇ ਪ੍ਰਚਾਰਕ, ਉਹਨਾਂ ਨੂੰ ਆਪ ਜੀ ਜਿਹੜਾ ਤੁਹਾਡੇ ਮਨ ਨੂੰ ਭਾ ਜਾਂਦਾ, ਚੰਗਾ ਲੱਗਦਾ ਹੈ ਵੀ ਗੁਰਸਿੱਖੀ ਦਾ ਪ੍ਰਚਾਰ ਸਾਡੇ ਦੇਸ਼ ਦੇ ਵਿੱਚ ਵੀ ਹੋਵੇ। ਆ ਜਿਹੜੀਆਂ ਗੱਲਾਂ ਇੱਥੇ ਸੰਗਤ ਸੁਣ ਰਹੀ ਹੈ, ਇਹ ਸਾਡੇ ਉਹ ਦੇਸ਼ ਦੇ ਬਸ਼ਿੰਦੇ, ਉੱਥੋਂ ਦੇ ਲੋਕ, ਉੱਥੇ ਵਸਦੇ ਗੁਰਸਿੱਖਾਂ ਦੇ ਵੀ ਹਿੱਸੇ ਆਉਣ, ਤੇ ਆਪ ਜੀ ਫਿਰ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਸਪਾਂਸਰਾਂ ਭੇਜ ਕੇ ਵੀ ਬੁਲਾ ਲੈਂਦੇ ਹੋ। ਦਾਸ ਨੂੰ ਵੀ ਕਈ ਵਾਰ ਜਾਣ ਦਾ ਮੌਕਾ ਮਿਲਿਆ। ਜਿਵੇਂ ਜਿਵੇਂ ਸੰਗਤ ਹੁਕਮ ਕਰਦੀ ਹੈ ਔਰ ਵਾਹਿਗੁਰੂ ਦਾ ਜਿਵੇਂ ਹੁਕਮ ਹੁੰਦਾ ਹੈ, ਉਸ ਮੁਤਾਬਕ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ। ਹੋਰ ਵੀ ਗੁਰਮਤਿ ਦੇ ਪ੍ਰਚਾਰਕ ਜਾਂਦੇ ਆਉਂਦੇ ਰਹਿੰਦੇ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਨੂੰ ਸੰਗਤ ਨੇ ਗੁਰੂ ਮਹਾਰਾਜ ਜੀ ਦੇ ਕੋਲੇ ਬੇਨਤੀ ਕਰਕੇ ਆਗਰੇ ਜਾਣ ਵਾਸਤੇ ਉਹਨਾਂ ਦੀ ਸੇਵਾ ਲਵਾ ਦਿੱਤੀ। ਆਗਰੇ ਗਏ, ਭਾਈ ਸਾਹਿਬ ਨੇ ਬਹੁਤ ਗੁਰਸਿੱਖੀ ਦਾ ਪ੍ਰਚਾਰ ਕੀਤਾ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਭਾਈ ਗੁਰਦਾਸ ਜੀ ਉੱਥੇ ਗਏ, ਔਰ ਭਾਈ ਗੁਰਦਾਸ ਜੀ ਆਗਰੇ ਹੈ, ਇਧਰ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ। ਅੱਗੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਛੋਟੇ ਸਪੁੱਤਰ ਨੂੰ ਦੇ ਗਏ। ਵੱਡੇ ਬਾਬਾ ਪਿਰਥੀ ਚੰਦ ਜੀ, ਗਬਲੇ ਵਿਚਕਾਰਲੇ ਬਾਬਾ ਮਹਾਦੇਵ ਜੀ, ਤੇ ਸਭ ਤੋਂ ਛੋਟੇ ਉਮਰ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਅਧਿਕਾਰੀ ਜਾਣ ਕੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼। ਇੱਧਰ ਕਾਫੀ ਦੇਰ ਤੋਂ ਬਾਅਦ ਭਾਈ ਗੁਰਦਾਸ ਜੀ ਨੇ ਸੋਚਿਆ ਕਿ ਮੈਨੂੰ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਜਾਣਾ ਚਾਹੀਦਾ। ਖਬਰਾਂ ਮਿਲੀਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ ਹੈ। ਉਹਨਾਂ ਦੀ ਜਗ੍ਹਾ ਦੇ ਉੱਤੇ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਬਣੇ ਸੇਵਾ ਨਿਭਾ ਰਹੇ ਆ। ਤੇ ਵੱਡਾ ਭਰਾ ਪਿਰਥੀ ਚੰਦ ਈਰਖਾ ਬਹੁਤ ਰੱਖਦਾ, ਗੁਰੂ ਘਰ ਦੇ ਵਿੱਚ ਹਮੇਸ਼ਾ ਹੀ ਵਿਖੇੜਾ ਪਾਈ ਰੱਖਦਾ। ਭਾਈ ਗੁਰਦਾਸ ਜੀ ਨੂੰ ਵਿਦਾ ਕਰਨ ਵਾਸਤੇ, ਸਤਿਕਾਰ ਕਰਨ ਵਾਸਤੇ ਗੁਰੂ ਕੀਆਂ ਸੰਗਤਾਂ ਆਗਰੇ ਤੋਂ ਬਾਹਰ ਸ਼ਹਿਰ ਤੱਕ ਆਈਆਂ, ਕਿਉਂਕਿ ਗੁਰਸਿੱਖਾਂ ਦਾ, ਗੁਰਮਤਿ ਦੇ ਪ੍ਰਚਾਰਕਾਂ ਦਾ, ਗ੍ਰੰਥੀ ਸਿੰਘਾਂ ਦਾ ਹਮੇਸ਼ਾ ਹੀ ਸਾਨੂੰ ਸਤਿਕਾਰ ਕਰਨਾ ਚਾਹੀਏ। ਕੁਝ ਕੁ ਸੰਗਤਾਂ ਵਿਦਾ ਕਰਕੇ ਵਿਦਾਇਗੀ ਦੇ ਕੇ ਵਾਪਸ ਚਲੇ ਗਈਆਂ, ਕੁਝ ਸੰਗਤਾਂ ਭਾਵਨਾ ਵਾਲੀਆਂ ਨਾਲ ਹੀ ਤੁਰ ਪਈਆਂ। ਭਾਈ ਸਾਹਿਬ ਜੀ, ਅਸੀਂ ਤੁਹਾਨੂੰ ਗੁਰੂ ਸਾਹਿਬ ਜੀ ਦੇ ਦਰਬਾਰ ਤੱਕ, ਅੰਮ੍ਰਿਤਸਰ ਸਾਹਿਬ ਤੱਕ ਛੱਡ ਕੇ ਆਵਾਂਗੇ, ਤੇ ਨਾਲੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਵਾਂਗੇ, ਤੁਹਾਡਾ ਸਤਿਕਾਰ ਵੀ ਹੋ ਜਾਏਗਾ, ਤੇ ਗੁਰੂ ਮਹਾਰਾਜ ਦੇ ਦਰਸ਼ਨ ਵੀ ਕਰਨ ਦਾ ਸਾਨੂੰ ਇਹ ਲਾਹਾ ਮਿਲ ਜਾਏਗਾ। ਸੰਗਤਾਂ ਆਈਆਂ, ਆਗਰੇ ਤੋਂ ਚੱਲੇ, ਮਾਲਵਾ ਲੰਘ ਆਏ। ਦੁਆਬੇ ਦਾ ਥੋੜਾ ਜਿਹਾ ਹਿੱਸਾ ਤੇ ਗੋਇੰਦਵਾਲ ਸਾਹਿਬ ਦੇ ਨੇੜੇ ਆ ਕੇ ਰਾਤ ਪੈ ਗਈ, ਬਿਆਸਾ ਦਰਿਆ ਦੇ ਨੇੜੇ ਆ ਕੇ। ਜਦੋਂ ਆ ਬਿਆਸਾ ਦਰਿਆ ਦੇ ਨੇੜੇ ਆਏ, ਰਾਤ ਪੈ ਗਈ, ਉੱਤੋਂ ਸਰਦੀ ਦੀ ਰੁੱਤ ਹੈ, ਠੰਡ ਵੀ ਬੜੀ ਹੈ। ਦੇਖਿਆ ਕਿ ਬੇੜੀਆਂ ਵਾਲਾ ਕੋਈ ਸੇਵਾਦਾਰ, ਉਹ ਵੀ ਸਾਰੇ ਘਰਾਂ ਨੂੰ ਚਲੇ ਗਏ, ਕੋਈ ਹੈ ਨਹੀਂ। ਸੰਗਤ ਨੂੰ ਪਾਰ ਕੌਣ ਕਰੇ?
ਸੰਗਤਾਂ ਕਹਿੰਦੀਆਂ ਭਾਈ ਸਾਹਿਬ ਜੀ ਅੱਜ ਰਾਤ ਇੱਥੇ ਹੀ ਰੁਕਣਾ ਪੈਣਾ। ਭਾਈ ਗੁਰਦਾਸ ਜੀ ਨੇ ਦੇਖਿਆ ਵੀ ਠੰਡ ਬਹੁਤ ਹੈ, ਸੰਗਤ ਦੀ ਕੋਈ ਬੇਅਦਬੀ ਨਾ ਹੋਵੇ, ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ, ਸਾਨੂੰ ਗੋਇੰਦਵਾਲ ਸਾਹਿਬ ਪਹੁੰਚਣਾ ਚਾਹੀਦਾ। ਭਰੋਸਾ ਸੀ ਗੁਰੂ ਕੇ ਸਿੱਖ ਨੂੰ। ਕਹਿੰਦਾ ਭਾਈ ਸ਼ਬਦ ਪੜੋ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ, ਗੁਰ ਕਾ ਸ਼ਬਦ ਵਸੈ ਜੀ ਨਾਲੇ। ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਗੁਰੂ ਦਾ ਸ਼ਬਦ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਉਹਨਾਂ ਨੂੰ ਜਲ ਡੋਬ ਨਹੀਂ ਸਕਦਾ, ਅਗਨੀ ਜਲਾ ਨਹੀਂ ਸਕਦੀ, ਤਸਕਰ ਕੋਈ ਚੋਰ ਉਹਨਾਂ ਦੀ ਚੋਰੀ ਨਹੀਂ ਕਰ ਸਕਦਾ। ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਜਪਦੇ, ਗੁਰ ਸ਼ਬਦ ਦਾ ਜਾਪ ਕਰਦੇ, ਪਿੱਛੇ ਪਿੱਛੇ ਆਈ ਜਾਓ। ਕਿਸੇ ਦੇ ਮਨ ਦੇ ਵਿੱਚ ਕੋਈ ਭ੍ਰਾਂਤੀ, ਕੋਈ ਭਰਮ ਭੁਲੇਖਾ ਨਹੀਂ ਰੱਖਣਾ ਵੀ ਪਾਣੀ ਵਿੱਚ ਡੁੱਬ ਜਾਵਾਂਗੇ। ਗੁਰੂ ਗੁਰੂ ਜਪਦੇ ਹੋਏ ਜਲ ਦੇ ਵਿੱਚ ਪ੍ਰਵੇਸ਼ ਕੀਤੇ, ਦਰਿਆ ਪਾਰ ਕਰ ਗਏ, ਗੋਇੰਦਵਾਲ ਸਾਹਿਬ ਪਹੁੰਚ ਗਏ। ਗੋਇੰਦਵਾਲ ਸਾਹਿਬ ਜਦੋਂ ਪਹੁੰਚੇ, ਅੱਗੇ ਕੀ ਦੇਖਿਆ? ਭਾਈ ਗੁਰਦਾਸ ਜੀ ਨੇ ਬਾਲਕ ਖੇਡ ਰਹੇ ਐ। ਖੇਡਦੇ ਖੇਡਦੇ ਬੱਚੇ ਨਿਆਣੇ ਆਪਸ ਵਿੱਚ ਗੱਲਬਾਤ ਕਰਦੇ ਐ। ਕਹਿੰਦੇ ਭਾਈ ਇਹ ਖੇਡ ਦੇ ਵਿੱਚ ਤਾਂ ਜਿੱਤਾਂਗੇ, ਆ ਜਿਹੜਾ ਹੁਣ ਦਾਵੀ ਦੇ ਰਿਹਾ ਨਾ, ਇਹ ਖੇਡ ਦੇ ਵਿੱਚ ਤਾਂ ਜਿੱਤੂਗਾ ਜੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਇਹਦੀ ਸਹਾਇਤਾ ਕਰਨ। ਗੁਰੂ ਅਮਰਦਾਸ ਮਹਾਰਾਜ ਸਹਾਇਤਾ ਕਰਨ ਤੇ ਜਿੱਤ ਯਕੀਨੀ ਹੈ। ਭਾਈ ਗੁਰਦਾਸ ਜੀ ਨੇ ਜਦੋਂ ਉਹਨਾਂ ਬੱਚਿਆਂ ਦੇ ਵਚਨ ਸੁਣੇ ਨਾ, ਭਾਵਨਾ ਵਾਲਾ ਸਿੱਖ ਸੀ, ਗੁਰੂ ਪ੍ਰਤੀ ਸ਼ਰਧਾ, ਮਹਾਰਾਜ ਦੀ ਮਹਿਮਾ ਦੇਖ ਕੇ ਸਿਰ ਝੁਕ ਗਿਆ। ਆਹਾ, ਮੇਰੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇੰਨੀ ਮਹਿਮਾ, ਆ ਬਾਲਕਾਂ ਦੇ ਵੀ ਮਨ ਵਿੱਚ ਉਹਨਾਂ ਦੀ ਮਹਿਮਾ ਕੀਰਤੀ ਵਡਿਆਈ ਵਸੀ ਹੋਈ ਹੈ। ਆ ਭਾਵੇਂ ਖੇਡਦੇ ਹੀ ਹੈ, ਪਰ ਖੇਡ ਖੇਡ ਦੇ ਵਿੱਚ ਵੀ ਭਰੋਸਾ ਤਾਂ ਗੁਰੂ ਤੇ ਹੀ ਹੈ ਨਾ। ਕਹਿੰਦੇ ਖੇਡ ਦੇ ਵਿੱਚੋਂ ਤਾਂ ਜਿੱਤਾਂਗੇ ਜੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਮਿਹਰ ਭਰਿਆ ਹੱਥ ਹੋਊਗਾ। ਆਮ ਹੀ ਜਦੋਂ ਆ ਛੋਟੇ ਛੋਟੇ ਬਾਲਕ ਆਪਾਂ ਦੇਖਦੇ ਆ, ਜਾਂ ਆਪਾਂ ਵੀ ਬਚਪਨ ਅਵਸਥਾ ਵਿੱਚ ਜਦੋਂ ਖੇਡਦੇ ਹੁੰਦੇ ਸੀ, ਤਾਂ ਆਪਣੀ ਜਿੱਥੇ ਘਰਦਿਆਂ ਦੀ ਸ਼ਰਧਾ ਉੱਥੇ ਬੱਚਿਆਂ ਦੀ ਸ਼ਰਧਾ ਹੋਣੀ ਹੈ, ਤਾਂ ਆਪੋ ਆਪਣੀ ਸ਼ਰਧਾ ਮੁਤਾਬਕ ਆਪਾਂ ਆਪੋ ਆਪਣਾ ਗੁਰੂ ਪੀਰ ਆਪਣੇ ਮਨ ਵਿੱਚ ਹੀ ਧਿਆ ਲੈਂਦੇ ਸੀ ਵੀ ਆ ਬੰਟੇ ਖੇਡਣ ਲੱਗਿਆ ਤੇ ਜਿੱਤ ਮੇਰੀ ਹੋਵੇ। ਆਪੋ ਆਪਣੇ ਪੀਰ ਨੂੰ, ਗੁਰੂ ਨੂੰ, ਮਾਤਾ ਨੂੰ, ਜਿਹਨੂੰ ਕੋਈ ਮੰਨਦਾ, ਬੱਚੇ ਧਿਆਉਂਦੇ ਆ ਮਨ ਦੇ ਵਿੱਚ, ਕਿਉਂਕਿ ਘਰ ਤੋਂ ਸਿੱਖਿਆ ਮਿਲਦੀ ਆ ਨਾ। ਔਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕੀਤੀਆਂ, ਲੰਬਾ ਸਮਾਂ ਬਿਤਾਇਆ। ਉਹ ਬਾਲਕਾਂ ਦੇ ਮਨ ਦੇ ਵਿੱਚ ਵੀ ਇਹ ਭਾਵਨਾ ਬਣੀ ਹੋਈ ਹੈ। ਜਦੋਂ ਨਿਆਣਿਆਂ ਨੂੰ ਆ ਵਚਨ ਕਰਦੇ ਹੋਏ ਭਾਈ ਗੁਰਦਾਸ ਜੀ ਨੇ ਸੁਣਿਆ, ਗੁਰੂ ਕਾ ਸਿੱਖ ਸ਼ਰਧਾ ਭਾਵਨਾ ਵਾਲਾ, ਉਹਨਾਂ ਬੱਚਿਆਂ ਦੇ ਜਾ ਕੇ ਪੈਰੀ ਹੱਥ ਲਾ ਦਿੱਤੇ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਇਹ ਨਹੀਂ ਮੈਂ ਗੁਰੂ ਕਾ ਬ੍ਰਹਮ ਗਿਆਨੀ ਸਿੱਖ ਹਾਂ, ਮੈਂ ਵੱਡਾ ਨਹੀਂ। ਭਾਈ ਗੁਰੂ ਕੀ ਬਾਣੀ ਦੀ ਗੱਲ, ਗੁਰੂ ਕਾ ਉਪਦੇਸ਼ ਕਿਸੇ ਵੀ ਉਮਰ ਵਾਲੇ ਤੋਂ ਮਿਲ ਜਾਏ, ਉਹ ਸਾਡੇ ਵਾਸਤੇ ਸਤਿਕਾਰਯੋਗ ਹੈ। ਇੱਥੋਂ ਇਹ ਸਿੱਖਿਆ ਲੈਣੀ। ਗੋਇੰਦਵਾਲ ਸਾਹਿਬ ਤੋਂ ਲੰਘੇ, ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਭਾਈ ਗੁਰਦਾਸ ਜੀ ਦੇ ਮਨ ਦੇ ਵਿੱਚ ਇੱਕ ਭ੍ਰਾਂਤੀ ਉਤਪੰਨ ਹੋ ਗਈ, ਇੱਕ ਭੁਲੇਖਾ ਖੜਾ ਹੋ ਗਿਆ। ਕਹਿੰਦੇ ਪਿਰਥੀ ਚੰਦ ਸੁਣਿਆ ਗੁਰੂ ਘਰ ਦਾ ਵਿਰੋਧ ਕਰਦਾ ਹੈ, ਹੋ ਸਕਦਾ ਉਹ ਸੱਚਾ ਹੀ ਹੋਵੇ, ਗੁਰਤਾ ਗੱਦੀ ਉਹਨੂੰ ਮਿਲਣੀ ਹੋਵੇ, ਕੀ ਪਤਾ ਗੁਰੂ ਅਸਲ ਉਹੀ ਹੋਵੇ। ਜਾ ਤਾਂ ਰਿਹਾ ਮੈਂ ਸੰਗਤਾਂ ਦੇ ਕਹਿਣ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਕਿ ਉਹਨਾਂ ਨੂੰ ਗੁਰਤਾ ਗੱਦੀ ਮਿਲੀ ਹੈ, ਸੁਣਿਆ ਹੈ। ਮਨ ਵਿੱਚ ਫੁਰਨਾ ਧਾਰਨ ਕਰ ਲਿਆ ਵੀ ਸੱਚੇ ਗੁਰੂ ਤਾਂ ਮੰਨਾਂਗਾ, ਪੂਰਾ ਗੁਰੂ ਤਾਂ ਮੰਨਾਂਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਜੇ ਉਹ ਮੇਰੇ ਮਨ ਦੀ ਗੱਲ ਦੱਸ ਦੇਣ ਵੀ ਅਸੀਂ ਬਿਆਸ ਦਰਿਆ ਕਿਵੇਂ ਪਾਰ ਕੀਤਾ। ਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚੇ, ਮੱਥਾ ਟੇਕਿਆ, ਸੰਗਤਾਂ ਨੇ ਵੀ ਨਮਸਕਾਰ ਕੀਤੀ, ਬਹਿ ਗਏ। ਸਤਿਗੁਰੂ ਜੀ ਨੇ ਆਦਰ ਸਤਿਕਾਰ ਕੀਤਾ ਸਿੱਖਾਂ। ਆਓ ਭਾਈ ਗੁਰਦਾਸ ਜੀ, ਧੰਨਤਾ ਦੇ ਯੋਗ ਹੋ ਤੁਸੀਂ, ਜਿਹੜੇ ਇੰਨਾ ਗੁਰੂ ਨਾਨਕ ਦੀ ਸਿੱਖੀ ਨੂੰ ਉਹ ਆਗਰੇ ਦੇ ਵਿੱਚ ਵੀ ਫੈਲਾਇਆ, ਪ੍ਰਚਾਰ ਕਰਕੇ ਆਏ ਹੋ।
ਤੇ ਭਾਈ ਜਿਵੇਂ ਤੁਸੀਂ ਸੰਗਤ ਦਾ ਅਦਬ ਕੀਤਾ ਨਾ ਵੀ ਸੰਗਤ ਨੂੰ ਠੰਡ ਨਾ ਲੱਗੇ, ਆ ਦਰਿਆ ਦੇ ਕੰਢੇ ਨਾਲ ਸੰਗਤ ਬੈਠੀ ਰਹੇ, ਗੁਰੂ ਦੇ ਸ਼ਬਦ ਦੇ ਉੱਤੇ ਨਿਸ਼ਚਾ ਧਾਰ ਕੇ ਜਿਵੇਂ ਤੁਸੀਂ ਸੰਗਤ ਨੂੰ ਪਾਰ ਕਰਾਇਆ ਨਾ, ਉਹ ਤੁਹਾਡੀ ਸੇਵਾ ਵੀ ਧੰਨਤਾ ਦੇ ਯੋਗ। ਹੱਥ ਜੋੜ ਕੇ ਭਾਈ ਗੁਰਦਾਸ ਦਾ, ਵਾਕਈ ਇਹ ਤਾਂ ਪੂਰਾ ਗੁਰੂ ਹੈ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕੇ ਨਾਓ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾ। ਇਹ ਤਾਂ ਪੂਰਾ ਗੁਰੂ ਹੈ। ਫਿਰ ਮਹਾਰਾਜ ਕਹਿੰਦੇ ਭਾਈ ਦੇਖੋ ਗੁਰੂ ਨਾਨਕ ਦਾ ਪ੍ਰਤਾਪ, ਗੁਰੂ ਨਾਨਕ ਦੀ ਸਿੱਖੀ। ਆ ਗੋਇੰਦਵਾਲ ਸਾਹਿਬ ਦੇ ਵਿੱਚ ਬੱਚੇ ਵੀ ਖੇਡਦੇ ਗੁਰੂ ਦਾ ਓਟ ਆਸਰਾ ਲੈਂਦੇ ਆ, ਵੀ ਗੁਰੂ ਦਾ ਆਸਰਾ ਹੋਵੇ ਤਾਂ ਜਿੱਤ ਸਾਡੀ ਹੋਏਗੀ, ਬਾਜੀ ਸਾਡੇ ਹੱਕ ਵਿੱਚ ਹੋਵੇ। ਦੋਵੇਂ ਗੱਲਾਂ ਸਤਿਗੁਰੂ ਅੰਤਰਜਾਮੀ ਨੇ ਦੱਸ ਦਿੱਤੀਆਂ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਨਿਸ਼ਚਾ ਹੋ ਗਿਆ ਭਾਈ ਗੁਰਦਾਸ ਜੀ। ਮਹਾਰਾਜ ਕਹਿੰਦੇ ਜਾਓ ਭਾਈ ਗੁਰਦਾਸ ਜੀ, ਸੰਗਤ ਨੂੰ ਨਾਲ ਲੈ ਜਾਓ, ਪਹਿਲਾਂ ਗੁਰੂ ਕਾ ਲੰਗਰ ਛਕ ਲਓ, ਸਰੋਵਰ ਦੇ ਵਿੱਚ ਸੰਗਤ ਨੂੰ ਇਸ਼ਨਾਨ ਕਰੋ। ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਸਰੋਵਰ ਦੇ ਵਿੱਚ ਗੁਰੂ ਕੇ ਲੰਗਰ ਵਿੱਚ ਚਲੇ ਗਏ। ਅੱਗੇ ਬੀਬੀ ਭਾਨੀ ਜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਲੰਗਰ ਦੀ ਸੇਵਾ ਕਰ ਰਹੇ। ਲੰਗਰ ਵਰਤਾਇਆ, ਪਰ ਕੀ ਦੇਖਦੇ ਆ ਭਾਈ ਗੁਰਦਾਸ, ਬਾਜਰੇ ਦੀਆਂ ਸੁੱਕੀਆਂ ਰੋਟੀਆਂ, ਦੀਵਾਨਾ ਮਸਤਾਨਾ ਹਾਲ ਗੁਰੂ ਕੇ ਲੰਗਰ ਦਾ। ਲੰਗਰ ਛਕ ਤਾਂ ਲਿਆ, ਪਰ ਮਨ ਦੇ ਵਿੱਚ ਥੋੜਾ ਜਿਹਾ ਰੋਸਾ ਹੋਇਆ ਵੀ ਗੁਰੂ ਕਾ ਲੰਗਰ ਇਹੋ ਜਿਹਾ ਤਾਂ ਨਹੀਂ ਹੋਣਾ ਚਾਹੀਦਾ। ਵਾਪਸ ਗੁਰੂ ਅਰਜਨ ਦੇਵ ਮਹਾਰਾਜ ਕੋਲੇ ਆ ਗਏ। ਭਾਈ ਗੁਰਦਾਸ ਜੀ ਰੋਸ ਕਰਕੇ ਕਹਿੰਦੇ ਮਹਾਰਾਜ ਗੁਰੂ ਕਾ ਲੰਗਰ ਛਕ ਤਾਂ ਆਏ ਆ, ਠੀਕ ਆ, ਸੰਗਤ ਨੂੰ ਵੀ ਛਕਾ ਲਿਆ। ਮਹਾਰਾਜ ਜਿੱਥੇ ਮੈਂ ਆਪ ਜੀ ਦਾ ਸਿੱਖ ਹਾਂ, ਉੱਥੇ ਰਿਸ਼ਤੇਦਾਰੀ ਵਿੱਚ ਆਪ ਜੀ ਦਾ ਮਾਮਾ ਵੀ ਹੈ। ਜੇ ਮੇਰੀ ਇੱਕ ਬੇਨਤੀ ਮੰਨ ਲਓ, ਆਪਾਂ ਗੁਰੂ ਕੇ ਲੰਗਰ ਦੇ ਵਿੱਚ ਥੋੜਾ ਘਿਓ ਵੀ ਵਰਤ ਲਿਆ ਕਰੀਏ। ਤਾਂ ਮਹਾਰਾਜ ਕਹਿੰਦੇ ਭਾਈ ਮੈਨੂੰ ਤਾਂ ਪਤਾ ਨਹੀਂ, ਆਪਣੀ ਭੈਣ ਨੂੰ, ਸਾਡੀ ਮਾਤਾ ਬੀਬੀ ਭਾਨੀ ਨੂੰ ਜਾ ਕੇ ਪੁੱਛ ਲਾ। ਬੀਬੀ ਭਾਨੀ ਕੋਲੇ ਗਏ, ਉਹਨਾਂ ਨੇ ਦੱਸਿਆ, ਕਹਿੰਦੇ ਪਿਰਥੀ ਚੰਦ ਈਰਖਾ ਬੜੀ ਕਰਦਾ, ਜਿਹੜੀ ਸੰਗਤ ਦੀ ਭੇਟਾ ਆਉਂਦੀ ਆ ਆਪ ਹੀ ਸੰਗਤ ਨੂੰ ਪ੍ਰੇਰਨਾ ਕਰਕੇ ਕੋਲੇ ਰੱਖੀ ਜਾਂਦਾ, ਹੈ ਹੀ ਨਹੀਂ, ਆਉਂਦੀ ਨਹੀਂ ਮਾਇਆ ਗੁਰੂ ਘਰ ਵਿੱਚ, ਲੰਗਰ ਕਿੱਥੋਂ ਬਣਾ ਲਈਏ। ਤੋ 1 ਮਿੰਟ ਦੀ ਵਿਚਾਰ ਕਰਕੇ ਸੰਗਤ ਜੀ ਮੈਂ ਫਿਰ ਸਮਾਪਤੀ ਕਰ ਦੇਣੀ ਹੈ। ਅਖੰਡ ਪਾਠ ਸਾਹਿਬ ਦੇ ਭੋਗ ਪੈਣੇ ਆ 9 ਵਜੇ। ਸੋ ਭਾਈ ਗੁਰਦਾਸ ਜੀ ਨੇ ਫਿਰ ਇਹ ਮਨ ਦੇ ਵਿੱਚ ਸੋਚਿਆ, ਕਾਬਲ ਕੰਧਾਰ ਤੋਂ ਸੰਗਤ ਆਉਣੀ ਸੀ, ਰਸਤੇ ਵਿੱਚ ਜਾ ਕੇ ਬਹਿ ਗਏ ਆਪਣੇ ਸਾਥੀਆਂ ਸੰਗਤਾਂ ਨੂੰ ਨਾਲ ਲੈ ਕੇ। ਸੰਗਤ ਤੋਂ ਉੱਥੇ ਹੀ ਚਾਦਰ ਵਿਛਾ ਕੇ ਸਾਰੀ ਭੇਟਾ ਲਿਆ ਕੇ ਗੁਰੂ ਘਰ ਵਿੱਚ ਅਰਪਣ ਕਰ ਦਿੱਤੀ। ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ ਤਾਂ ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਬੁਲਾਇਆ ਤੇ ਝਿੜਕਿਆ, ਕਹਿੰਦੇ ਭਾਈ ਤੈਨੂੰ ਆ ਉਦਮ ਕਰਨ ਦੀ ਕਾਹਦੀ ਲੋੜ ਸੀ? ਇਹ ਤਾਂ ਵਾਹਿਗੁਰੂ ਨੂੰ ਪਤਾ ਹੈ, ਆਪਣਾ ਕੰਮ ਤਾਂ ਵਾਹਿਗੁਰੂ ਦਾ ਨਾਮ ਲੈਣਾ ਹੈ, ਤੇ ਬਾਕੀ ਜਿਹੜਾ ਸਭ ਕੁਝ ਕਰਨਾ ਕਰਾਉਣਾ ਉਹਨੇ। ਆਪਾਂ ਅਰਦਾਸ ਕਰੀਏ, ਭਾਵਨਾ ਰੱਖੀਏ ਗੁਰੂ ਨਾਨਕ ਦੇ ਦਰ ਦੇ ਉੱਤੇ। ਉੱਥੇ ਸ਼ਬਦ ਉਚਾਰਨ ਕੀਤਾ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਸ਼ਬਦ ਦੀਆਂ ਅਗਲੀਆਂ ਪੰਕਤੀਆਂ ਗੁਰੂ ਕੇ ਸਿੱਖ ਭਾਈ ਬਾਦੋ ਜੀ ਨੂੰ ਸੰਬੋਧਨ ਕਰਕੇ, ਤੇ ਫਿਰ ਬਾਕੀ ਦਾ ਫੇਰ ਸ਼ਬਦ ਭਾਈ ਗੁਰਦਾਸ ਜੀ ਨੂੰ ਸੰਬੋਧਨ ਕਰਕੇ ਸਤਿਗੁਰੂ ਜੀ ਨੇ ਉਚਾਰਿਆ। ਸੋ ਹੁਣ ਸਮੇਂ ਦੀ ਸੰਪੂਰਨਤਾ, ਲੰਬੀ ਵਿਚਾਰ ਦਾ ਸਮਾਂ ਨਹੀਂ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਫਿਰ ਸੰਗਤ ਦਾ ਜੋੜ ਮੇਲਾ ਬਣੇ। ਸ਼ਾਮ ਦੇ ਦੀਵਾਨ ਦੀ ਸੰਗਤਾਂ ਹਾਜ਼ਰੀ ਭਰਦਿਆਂ ਲੜੀਵਾਰ ਕਥਾ ਵਿੱਚ ਹਾਜ਼ਰੀ ਲਵਾਇਓ। ਅਗਾਂਹ ਸਤਿਗੁਰੂ ਸੱਚੇ ਪਾਤਸ਼ਾਹ ਵਿਚਾਰ ਬਖਸ਼ਣ, ਹੋਈਆਂ ਭੁੱਲਾਂ ਦੀ ਖਿਮਾ। ਸੰਗਤਾਂ ਦਾ ਬਹੁਤ ਧੰਨਵਾਦ। ਪਿਆਰ ਦੇ ਨਾਲ ਗੁਰਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।